ਜਗਮੋਹਨ ਸਿੰਘ ਪੱਟੀ ਐਡਵੋਕੇਟ YouTube ਚੈਨਲ ਆਈ ਤੁਹਾਡੇ ਨਾਲ ਸੰਵਿਧਾਨਕ ਕੋਰਟਾਂ ਤੁਹਾਨੂੰ ਕੀ ਨਿਆਂ ਤੇ ਕੀ ਅਨਿਆਂ ਦਿੰਦੀਆਂ ਹੈ ਇਹਦੇ ਉੱਤੇ ਗੱਲ ਕਰਨੀ ਹੈ। ਤੁਹਾਡੇ ਨਾਲ ਕੀ ਗੱਲਾਂ ਕਰੀਏ, ਸਿਸਟਮ ਦਾ ਕਿਵੇਂ ਖਿਲਵਾੜ ਹੁੰਦਾ ਹੈ ਔਰ ਸੰਵਿਧਾਨ ਦਾ ਢੰਡੋਰਾ ਪਿੱਟਣ ਵਾਲੇ ਕਿਵੇਂ ਤੇ ਕਿਸ ਤਰ੍ਹਾਂ ਇਸ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੀਆਂ, ਇਸ 'ਤੇ ਗੱਲ ਕਰਨੀ ਹੈ। ਹਾਈ ਕੋਰਟ ਦੇ ਕੈਂਪਸ ਵਿੱਚ ਖੜ੍ਹੇ ਹਾਂ ਔਰ ਇਹ ਦੇਖੋ ਕਿੰਨੇ ਅੱਛੇ ਲੌਨਸ ਨੇ ਜਿੱਥੇ ਜਿਹੜੀ ਹੈ ਆਬੋ ਹਵਾ ਬੜੀ ਅੱਛੀ ਹੈ, ਲੇਕਿਨ ਜੇ ਥੋੜ੍ਹੇ ਜਿਹੇ ਅੱਗੇ ਚੱਲ ਜਾਓ ਤੇ ਆਬੋ ਹਵਾ ਜਿਹੜੀ ਹੈ ਦੂਸ਼ਿਤ ਹੋ ਜਾਂਦੀ ਹੈ। ਕਿਉਂ ਦੂਸ਼ਿਤ ਜਾਂ ਪ੍ਰਦੂਸ਼ਿਤ ਹੋ ਜਾਂਦੀ ਹੈ, ਇਹਦੇ ਉੱਤੇ ਗੱਲ ਕਰਾਂਗੇ ਆਪਾਂ। ਡਾਕਟਰ ਕਨੂੰ ਸ਼ਰਮਾ ਜੀ ਸਾਡੇ ਨਾਲ ਅੱਜ ਸ਼ਿਰਕਤ ਕਰ ਰਹੇ ਨੇ ਔਰ ਉਹਨਾਂ ਨੂੰ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਮੇਰੇ ਬਹੁਤ ਜਿਹੜਾ ਹੈ ਮੈਂ ਜੀ ਆਇਆਂ ਨੂੰ ਕਰਦੀ ਹਾਂ ਆਪਣੇ ਚੈਨਲ ਤੇ ਜਿਵੇਂ ਸਰ ਦੇ ਨਾਲ ਮਿਲ ਕੇ ਅਸੀਂ ਬਹੁਤ ਸਾਰੀ ਵੀਡੀਓਜ਼ ਬਣਾਉਂਦੇ ਹਾਂ ਜਿਹੜੀ ਸੋਸ਼ਲੀ ਰੈਲੀਵੈਂਟ ਨੇ, ਲੋਕਾਂ ਦੇ ਹੱਕਾਂ 'ਚ ਨੇ, ਲੋਕ ਹਿੱਤ 'ਚ ਨੇ, ਪੰਜਾਬ ਦੇ ਹਿੱਤ 'ਚ ਨੇ। ਸੋ ਅੱਜ ਸਰ ਗੱਲ ਕਰਨਗੇ ਇੱਕ ਟੌਪਿਕ 'ਤੇ। ਡਾਕਟਰ ਸਾਹਿਬ ਇਹ ਦੱਸੋ, ਸੰਵਿਧਾਨ ਜਿਹੜਾ ਹੈ 26 ਨਵੰਬਰ 1949 'ਚ ਬਣ ਗਿਆ ਸੀ ਡਾਕਟਰ ਅੰਬੇਦਕਰ ਜੀ ਦੀ ਦੇਖ ਰੇਖ ਥੱਲੇ ਔਰ 26 ਜਨਵਰੀ 1950 ਨੂੰ ਇਹ ਲਾਗੂ ਹੋ ਗਿਆ ਸੀ। ਥੋੜ੍ਹਾ ਜਿਹਾ ਇਹਦੇ 'ਤੇ ਚਾਨਣਾ ਪਾ ਦਿਓ ਜੀ ਸਰ। ਦੇਖੋ ਸਾਡਾ ਜੋ ਸੰਵਿਧਾਨ ਬਣਿਆ ਸੀ ਤਾਂ ਸਾਰੀ ਜਿਹੜੀ ਦੁਨੀਆ ਦੀ ਵਰਲਡ ਦੀ ਕੌਨਸਟੀਟਿਊਸ਼ਨਸ ਨੇ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਜਿਹੜਾ ਹੈ ਉਸ ਟਾਈਮ 'ਤੇ ਜਿਹੜੀ ਫਰੇਮ ਹੋ ਚੁੱਕੀਆਂ ਸੀ। BR ਅੰਬੇਦਕਰ ਨੇ ਇਹਨਾਂ ਨੂੰ ਜਿਹੜਾ ਹੈ ਕੰਪਾਈਲ ਕਰਨ ਦੀ ਕੋਸ਼ਿਸ਼ ਕੀਤੀ ਤੇ ਚਾਹਿਆ ਕਿ ਸਾਡੇ ਕੋਲ ਐਸੀ ਬਾਡੀ ਹੋਏ ਜਿਹਨੂੰ ਆਪਾਂ ਕੌਨਸਟੀਟਿਊਐਂਟ ਅਸੈਂਬਲੀ ਦੇ ਨਾਮ ਤੋਂ ਜਾਣਦੇ ਹਾਂ, ਕਿ ਉਹ ਐਸੀ ਬਾਡੀ ਅਸੀਂ ਫਾਰਮੂਲੇਟ ਕਰੀਏ ਜਿਹੜੀ ਸਾਨੂੰ ਹੈਲਪ ਕਰੇ ਕਿ ਅਸੀਂ ਆਪਣੀ ਇੰਡੀਆ ਦੀ ਕੌਨਸਟੀਟਿਊਸ਼ਨ ਨੂੰ ਲਿਖ ਸਕੀਏ, ਰਿਟਨ ਫਾਰਮ ਦੇ ਵਿੱਚ ਅਸੀਂ ਉਹਨੂੰ ਲੈ ਕੇ ਆ ਸਕੀਏ ਸਾਹਮਣੇ। ਸੋ ਉਹਨਾਂ ਨੇ ਇੱਕ ਬਾਡੀ ਬਣਾਈ ਜਿਹੜੀ ਕਿ 11 ਮਹੀਨੇ ਜਿਹੜਾ ਹੈ ਕੰਮ ਕੀਤਾ, ਇਹਦੇ ਉੱਤੇ 18 ਦਿਨ ਇੱਥੇ ਕੰਮ ਕੀਤਾ, ਜਿਹਦੇ ਨਾਲ ਇਹ ਇੱਕ ਬਹੁਤ ਅੱਛੀ ਜਿਹੜੀ ਸਾਡਾ ਸੰਵਿਧਾਨ ਹੈ ਉਹ ਸਾਹਮਣੇ ਆਇਆ। ਤੇ ਬੜੇ ਸਾਰੇ ਜਿਹੜੇ ਸਾਡੇ ਆਪਾਂ ਕਹਿੰਦੇ ਫਰੇਮਰਸ ਆਫ ਦੀ ਕੌਨਸਟੀਟਿਊਸ਼ਨ ਆ ਉਹਨਾਂ ਨੇ ਬਹੁਤ ਯੋਗਦਾਨ ਪਾਇਆ। ਸਾਰੇ ਕੌਨਸਟੀਟਿਊਸ਼ਨਸ ਨੂੰ ਰੀਡ ਕਰਕੇ ਉਹਨਾਂ ਦੇ ਪ੍ਰੋਜ਼ ਐਂਡ ਕੌਨਸ ਦੇਖਦੇ ਹੋਏ ਜਿਹੜਾ ਸਾਡਾ ਇਹ ਸੰਵਿਧਾਨ ਜਿਹੜਾ ਹੈ ਇਸ ਰਿਟਨ ਫਾਰਮ ਦੇ ਵਿੱਚ ਜਿਹੜਾ ਓਰੀਜਨਲੀ ਜਿਹੜਾ ਆਪਾਂ ਅਡੋਪਟ ਕੀਤਾ 26 ਜਨਵਰੀ ਨੂੰ ਉਹਦੇ ਫਾਰਮ ਦੇ ਵਿੱਚ ਸਾਹਮਣੇ ਆਇਆ ਜੀ। ਇਸ ਦਾ ਮਤਲਬ ਇਹ ਹੈ ਰਿਟਨ ਸਾਡਾ ਜਿਹੜਾ ਲਿਖਤੀ ਸੰਵਿਧਾਨ ਹੈ ਉਹ ਇੱਕ ਲਿਖਤੀ ਪ੍ਰੋਮਿਸ ਸੀ ਵੀ ਦੀ ਪੀਪਲ ਆਫ ਇੰਡੀਆ ਨੂੰ, ਇਹ ਸਮਰਪਿਤ ਸੀ ਇਹ ਸੰਵਿਧਾਨ। ਔਰ ਜਦੋਂ ਇਹ ਸੰਵਿਧਾਨ ਸਮਰਪਿਤ ਹੋਇਆ ਇਸ ਦੀਆਂ ਕਿੰਨੀਆਂ ਤੇ ਕਦੋਂ ਤੇ ਕਿੱਥੇ ਕਿੰਨੇ ਧੱਜੀਆਂ ਉਡਾਈਆਂ ਤੇ ਕਿੰਨੇ ਇਸ ਦੀ ਸਜਾਵਟ ਦੇ ਵਿੱਚ ਵਾਧਾ ਕੀਤਾ, ਇਹ ਵੀ ਦੱਸਣ ਦਾ ਯਤਨ ਕਰੋ। ਅਸੀਂ ਬਹੁਤ ਲਾਈਟਲੀ ਲੈਂਦੇ ਹਾਂ ਆਪਣੇ ਜਿਹੜਾ ਵਰਡ ਵੀ ਦੀ ਪੀਪਲ ਹੈ, ਲੇਕਿਨ ਦੇਖਿਆ ਜਾਏ ਤਾਂ ਇਹ 3 ਵਰਡਸ ਨਾਲ ਹੀ ਕੌਨਸਟੀਟਿਊਸ਼ਨ ਫਰੇਮਰਸ ਨੇ ਬਹੁਤ ਵੱਡੀ ਗੱਲ ਜਿਹੜੀ ਹੈ ਕਹਿਤੀ ਕਿ ਸੁਪਰੀਮ ਕੌਣ ਹੈ, ਵੀ ਦੀ ਪੀਪਲ। ਇਹ ਕੌਨਸਟੀਟਿਊਸ਼ਨ ਜੋ ਹੈ ਬਣਾਇਆ ਗਿਆ ਹੈ ਲੋਕਾਂ ਦੁਆਰਾ, ਲੋਕਾਂ ਲਈ ਤੇ ਲੋਕਾਂ ਦੇ ਹਿੱਤ ਲਈ। ਸੋ ਵੀ ਦੀ ਪੀਪਲ ਜਿਹੜਾ ਵਰਡ ਹੈ ਇਟਸੈਲਫ ਬਹੁਤ ਹੀ ਜ਼ਿਆਦਾ ਡਿਫਾਈਨਿੰਗ ਹੈ। ਇਹ ਆਪਣੇ ਆਪ 'ਚ ਬਹੁਤ ਵੱਡੀ ਜਿਹੜੀ ਹੈ ਇੰਟਰਪ੍ਰੀਟੇਸ਼ਨ ਦੱਸਦਾ ਹੈ ਕੌਨਸਟੀਟਿਊਸ਼ਨ ਲਈ ਦੀ ਕਿ ਇਹ ਪੀਪਲ ਜਿਹੜਾ ਹੈ, ਪੀਪਲ ਪਾਵਰ ਜਿਹੜੀ ਹੈ ਉਹਨੂੰ ਸਭ ਤੋਂ ਉੱਪਰ ਰੱਖਿਆ ਜਾਏਗਾ। ਸੰਵਿਧਾਨ ਜਿਹੜਾ ਹੈ ਉਹਨਾਂ ਲਈ ਬਣਾਇਆ ਗਿਆ ਹੈ। ਸੋ ਸੁਪਰੀਮ ਵਿਲ ਆਫ ਪੀਪਲ ਜਿਹੜੀ ਹੈ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਕੌਨਸਟੀਟਿਊਸ਼ਨ ਅੱਗੇ ਲੈ ਕੇ ਆਏ ਸੀ। ਇਹ ਲਿਖਤੀ ਸੰਵਿਧਾਨ ਦੀਆਂ ਧੱਜੀਆਂ ਕਿਵੇਂ ਤੇ ਕਿਸ ਹਿਸਾਬ ਨਾਲ ਉੱਡੀਆਂ, ਇਹਦੇ ਇੱਕ ਕੰਪੈਰੀਟਿਵ ਸਟੱਡੀ ਇਹ ਵੀ ਹੈ ਕਿ ਬ੍ਰਿਟਨ ਜਿਹਨੇ ਸਾਡੇ ਉੱਤੇ ਰਾਜ ਕੀਤਾ, ਜਿਹਦੀ ਇੱਕ ਭਾਰਤ ਦੇਸ਼ ਕਲੋਨੀ ਸੀਗਾ ਕਿਹਾ ਜਾਂਦਾ ਹੈ, ਇਤਿਹਾਸ ਵਿੱਚ ਵੀ ਆਉਂਦਾ ਹੈ ਔਰ ਸਾਡੇ ਵੱਡੇ ਵਡੇਰਿਆਂ ਨੇ ਵੀ ਇਹ ਦੱਸਿਆ। ਅਸੀਂ ਆਪਣੇ ਜਨਮ ਵਿੱਚ ਦੇਖਿਆ ਇਸ ਕਲੋਨੀ ਨੂੰ ਜਾਂ ਨਹੀਂ ਦੇਖਿਆ, ਲੇਕਿਨ ਉਸ ਦੇਸ਼ ਦਾ ਕੋਈ ਲਿਖਤੀ ਸੰਵਿਧਾਨ ਨਹੀਂ, ਲੇਕਿਨ ਉਹਨਾਂ ਦੀ ਜਿਹੜੀ ਪ੍ਰਬੰਧਕ ਢਾਂਚਾ ਉਹ ਇੰਨਾ ਕੁ ਪਰਪੱਕ ਹੈ ਕਿ ਸਾਡੇ ਲਿਖਤੀ ਸੰਵਿਧਾਨ ਨੂੰ ਜਿਹੜੀ ਹੈ ਸ਼ਰਮ ਆ ਜਾਂਦੀ ਹੈ। ਇਜ਼ ਇਟ ਕਰੈਕਟ? ਬਿਲਕੁਲ ਸਰ। ਦੇਖੋ ਇੰਗਲੈਂਡ ਤੇ ਇੱਥੇ ਦਾ ਇਹ ਫਰਕ ਹੈ ਕਿ ਉੱਥੇ ਇਲੈਕਟਿਡ ਗਵਰਨਮੈਂਟ ਨਹੀਂ ਹੈ, ਉੱਥੇ ਇੱਕ ਰਿਪਬਲਿਕ ਹੈ ਜਿੱਥੇ ਕਿ ਇੱਕ ਮੋਨਾਰਕ ਹੈ, ਉਹਨਾਂ ਦੇ ਸਿਰ 'ਤੇ ਇੱਕ ਜਿਹੜਾ ਹੈ ਕੋਈ ਰੂਲ ਕਰ ਰਿਹਾ ਉਹਨਾਂ ਨੂੰ, ਠੀਕ ਹੈ ਜੀ। ਤੇ ਇੱਥੇ ਇਲੈਕਟਿਡ ਰਿਪਰੈਜ਼ੈਂਟੇਟਿਵਸ ਆਫ ਪੀਪਲ ਇਟਸੈਲਫ, ਯਾਨੀ ਲੋਕ ਹੀ ਸਾਡੇ ਰਿਪਰੈਜ਼ੈਂਟੇਟਿਵ ਨੇ, ਲੋਕ ਹੀ ਸਾਨੂੰ ਰਿਪਰੈਜ਼ੈਂਟ ਕਰਦੇ ਆ ਤੇ ਅਸੀਂ ਡੈਮੋਕ੍ਰੇਸੀ ਲੋਕਤੰਤਰ ਦੇ ਵਿੱਚ ਜਿਹੜਾ ਹੈ ਜਿਹੜਾ ਸਾਡੇ ਕੰਟਰੀ ਦੇ ਵਿੱਚ ਪ੍ਰੀਵੇਲ ਕਰਦਾ। ਇਹ ਫਰਕ ਹੋਣ ਕਰਕੇ ਜਿਹੜਾ ਹੈ ਇੰਗਲੈਂਡ ਤੇ ਇੰਡੀਆ ਦੀ ਹਮੇਸ਼ਾ ਕੰਪੈਰੀਟਿਵ ਸਟੱਡੀ ਹੋਈ ਹੈ। ਲੇਕਿਨ ਸਵਾਲ ਇਹ ਉੱਠਦਾ ਹੈ ਕਿ ਜੇ ਇੰਗਲੈਂਡ ਦੇ ਵਿੱਚ ਸੰਵਿਧਾਨ ਜਿਹੜਾ ਹੈ ਅਨਰਿਟਨ
ਹੋਣ ਦੇ ਬਾਵਜੂਦ ਵੀ ਸਕਸੈਸਫੁਲ ਰਿਹਾ ਹੈ ਤਾਂ ਵਾਈ ਨਾਟ ਇਨ ਇੰਡੀਆ। ਬਟ ਅਗੇਨ ਜੇ ਰਿਪਬਲਿਕ ਦੀ ਗੱਲ ਕੀਤੇ, ਸਾਡੇ ਕੋਲ ਵੀ ਰਿਪਬਲਿਕ ਹੈਡ ਹੈਗਾ, ਪ੍ਰੈਜ਼ੀਡੈਂਟ ਇਜ਼ ਦੀ ਹੈਡ ਆਫ ਦੀ ਗਵਰਨਮੈਂਟ, ਬਟ ਨੋਮੀਨਲ ਤੇ ਰੀਅਲ ਹੈਡ ਦਾ ਡਿਫਰੈਂਸ ਜਿਹੜਾ ਕਨਸਟੀਟਿਊਸ਼ਨ ਨੇ ਕ੍ਰੀਏਟ ਕੀਤਾ, ਜਿਹਦੇ ਕਰਕੇ ਜਿਹੜਾ ਹੈ ਇੰਗਲੈਂਡ ਤੇ ਇੰਡੀਆ ਦੀ ਹਮੇਸ਼ਾ ਕੰਪੈਰੀਜ਼ਨ ਕੀਤਾ ਜਾਂਦਾ ਹੈ। ਪ੍ਰੈਜ਼ੀਡੈਂਟ ਸਾਹਿਬ ਬਾਰੇ ਇਹ ਕਿਹਾ ਜਾਂਦਾ ਹੈ ਵੀ ਪ੍ਰੈਜ਼ੀਡੈਂਟ ਸਾਹਿਬ ਤਾਕਤਾਂ ਦੇ ਸਮਰੱਥ ਹੋ ਕੇ ਵੀ ਇੱਕ ਰਬੜ ਸਟੈਂਪ ਵਾਂਗੂ ਨੇ, ਇਹ ਕਿੱਥੋਂ ਤੱਕ ਸੱਚ ਹੈ? बिल्कुल सही सर। प्रेसिडेंट और गवर्नर ऐसी पोस्ट है, ऑल्दो दे आर हेड ऑफ द गवर्नमेंट, हेड ऑफ द स्टेट, लेकिन स्टिल दे आर एक्टिंग एज अ रबर स्टैम्प, दे आर एक्टिंग एज जस्ट मेयर माउथ पीस ऑफ द गवर्नमेंट। बेसिकली जो उन्होंने किया तोते की तरह उही रट के उन्होंने सामने बोल देना है। वो अपनी ਉਹਦੇ ਤੇ ਕੋਈ ਕੰਮ ਨਹੀਂ ਕਰ ਸਕਦੇ। दे ऑलवेज हैव टू एक्ट ऑन दी एड एंड एडवाइस ऑफ काउंसिल ऑफ मिनिस्टर्स। काउंसिल ऑफ मिनिस्टर्स इज अगेन कैबिनेट विच इज़ अगेन few ministers out of the government which is formed by the people itself। so again democracy ਦੇ ਵਿੱਚ काउंसिल ऑफ मिनिस्टर्स ਜਿਹੜੀ ਹੈ, कैबिनेट ਜਿਹੜੀ ਹੈ ਉਹ ਸੁਪਰੀਮ ਹੋ ਜਾਂਦੀ ਹੈ ਸਾਡੀ ਕੰਟਰੀ, ਜਿਹਦੇ ਕਰਕੇ ਰਿਪਬਲਿਕ ਹੈਡ ਜਿਹੜਾ ਹੈ ਸਾਡਾ ਪ੍ਰੈਜ਼ੀਡੈਂਟ ਜਾਂ ਗਵਰਨਰ, ਜਿਹੜਾ 26 ਜਨਵਰੀ ਤੇ ਫਲੈਗ ਵੀ ਹੋਸਟ ਕਰਦਾ ਹੈ, ਸਭ ਕੁਝ ਕਰਦਾ ਹੈ, ਲੇਕਿਨ ਉਹਦਾ ਜਿਹੜਾ ਰੋਲ ਹੈ ਉਹ ਬਹੁਤ ਹੀ ਘੱਟ ਤੇ ਬਹੁਤ ਹੀ ਸਟੀਰੀਓਟਿਪਿਕਲ ਬਣ ਜਾਂਦਾ ਹੈ, ਜਿਵੇਂ ਕਿ ਸਿਰਫ ਬੁੱਕਸ 'ਚ ਰਹਿ ਗਿਆ ਹੈ, ਨਾਟ ਇਨ ਲੈਟਰ ਐਂਡ ਸਪਿਰਿਟ। ਸੋ ਸਿਰਫ ਬੁੱਕਸ ਦੇ ਨਾਲ ਨਾਲ ਉਹਨੂੰ ਐਗਜ਼ੀਕਿਊਸ਼ਨ ਦੇ ਵਿੱਚ ਵੀ ਜੇ ਉਹਦੇ ਕੋਲ ਉਨੀ ਪਾਵਰ ਹੋਵੇ ਤਾਂ ਡੈਫੀਨੇਟਲੀ ਜਿਹੜਾ ਹੈ ਅਸੀਂ ਇੰਗਲੈਂਡ ਦੇ ਕੰਪੈਰੀਜ਼ਨ ਦੇ ਵਿੱਚ ਕਨਸਟੀਟਿਊਸ਼ਨ ਨੂੰ ਇੱਥੇ ਜਿਹੜਾ ਹੈ ਅੱਛੀ ਤਰ੍ਹਾਂ ਲਾਗੂ ਕਰ ਸਕਦੇ ਹਾਂ। ਕਨਸਟੀਟਿਊਸ਼ਨ ਵਰਸਸ ਇੰਸਟੀਟਿਊਸ਼ਨ, ਮੈਂ ਇਹ ਗੱਲ ਬੜੀ ਕਲੀਅਰ ਕਰ ਰਿਹਾ। ਇੰਸਟੀਟਿਊਸ਼ਨ ਕਿਹੜੀ ਹੈ? ਗਵਰਨਰ ਦਾ ਆਫਿਸ, ਪ੍ਰੈਜ਼ੀਡੈਂਟ ਦਾ ਆਫਿਸ, ਕਾਉਂਸਲ ਆਫ ਮਿਨਿਸਟਰ ਦਾ ਆਫਿਸ, ਔਰ ਇੰਸਟੀਟਿਊਸ਼ਨ ਤੋਂ ਇਲਾਵਾ ਕਨਸਟੀਟਿਊਸ਼ਨ ਜਿਹੜਾ ਹੈ ਇਹਨੇ ਇਸ ਨੂੰ ਐਸਟੈਬਲਿਸ਼ਮੈਂਟ ਦਿੱਤੀ ਹੈ, ਇੱਕ ਸਾਹ ਦਿੱਤਾ ਹੈ, ਔਰ ਫਿਰ ਇਹਨਾਂ ਦਾ ਆਪਸ ਵਿੱਚ ਝਗੜਾ ਚੱਲ ਪੈਂਦਾ ਹੈ। ਇਹ ਕਿਉਂ? ਸਰ ਉਹੀ ਗੱਲ ਆ ਗਈ ਕਿ ਕਨਸਟੀਟਿਊਸ਼ਨ ਨੂੰ ਸਿਰਫ ਸਾਡੀ ਕੰਟਰੀ 'ਚ ਇੱਕ ਬੁੱਕ ਦੀ ਤਰ੍ਹਾਂ ਲਿੱਤਾ ਜਾਂਦਾ ਤੇ ਬੁੱਕਸ ਦੀ ਵੈਲਿਊ ਸਾਡੇ ਦੇਸ਼ ਦੇ ਵਿੱਚ ਕਿੱਦਾਂ ਸਾਲਾਂ 'ਚ ਘਟ ਰਹੀ ਹੈ ਇਹ ਸਾਨੂੰ ਸਭ ਨੂੰ ਪਤਾ ਹੈ। ਕਿਵੇਂ ਜਿਹੜੀ ਹੈ ਯੰਗ ਜਨਰੇਸ਼ਨ ਜਾਂ ਇੰਸਟੀਟਿਊਸ਼ਨਸ ਦੇ ਆਰ ਰਨਿੰਗ ਬਿਹਾਈਂਡ ਬ੍ਰਾਂਡਸ ਰਾਦਰ ਦੈਨ ਬੁੱਕਸ। ਸੋ ਇੱਕ ਲੀਗਲ ਡਾਕੂਮੈਂਟ ਦੀ ਤਰ੍ਹਾਂ ਇਹਨੂੰ ਟਰੀਟ ਨਹੀਂ ਕੀਤਾ ਜਾ ਰਿਹਾ, ਇੱਕ ਸੇਕਰੇਟ ਡਾਕੂਮੈਂਟ ਦੀ ਤਰ੍ਹਾਂ ਇਹਨੂੰ ਟਰੀਟ ਨਹੀਂ ਕੀਤਾ ਜਾ ਰਿਹਾ। ਜਿਵੇਂ ਆਪਾਂ ਕਹਿੰਦੇ ਹਾਂ ਸੁਪਰੀਮ ਨਹੀਂ ਕਨਸਟੀਟਿਊਸ਼ਨ ਨੂੰ ਮੰਨਿਆ ਜਾ ਰਿਹਾ। ਲਾਅ ਇਜ਼ ਅਬਵ ਆਲ, ਕਨਸਟੀਟਿਊਸ਼ਨ ਇਜ਼ ਸੁਪਰੀਮ, ਵਿਲ ਆਫ ਦੀ ਪਾਵਰ ਦੇ ਪੀਪਲ ਹੈਜ਼ ਟੂ ਬੀ ਟੇਕਨ ਇਨਟੂ ਕੰਸੀਡਰੇਸ਼ਨ ਵੈਨ ਵੀ ਰੀਡ ਔਰ ਇੰਟਰਪ੍ਰੇਟ ਕਨਸਟੀਟਿਊਸ਼ਨ। all these ideals, all these well established principles of administrative law or constitutional law, they are forgotten somewhere। ਸੋ ਜੁਡੀਸ਼ਰੀ ਜਿਹੜਾ ਹੈ ਇੰਟਰਪ੍ਰੇਟ ਹੀ ਇਸ ਤਰ੍ਹਾਂ ਕਰ ਰਹੀ ਹੈ ਸੰਵਿਧਾਨ ਨੂੰ, ਜਾਂ ਇਸ ਤਰ੍ਹਾਂ ਰਨ ਹੋ ਰਹੀ ਹੈ ਜੁਡੀਸ਼ਰੀ ਜਾਂ ਕੋਈ ਹੋਰ ਇੰਸਟੀਟਿਊਸ਼ਨ, ਕੈਬਨਿਟ ਮਿਨਿਸਟਰਸ ਜਾਂ ਕਾਉਂਸਲ ਆਫ ਮਿਨਿਸਟਰਸ ਇਫ ਵੀ ਕਾਲ ਦੈਮ, ਉਹ ਰਨ ਹੀ ਇਸ ਤਰ੍ਹਾਂ ਕਰ ਰਹੇ ਕਿ ਕਨਸਟੀਟਿਊਸ਼ਨ ਨੂੰ ਪੂਰੀ ਤਰ੍ਹਾਂ ਨਿਗਲੈਕਟ ਕੀਤਾ ਜਾ ਰਿਹਾ ਜੀ। ਅਤੇ ਜਿਹੜਾ ਉਹਨਾਂ ਦੇ ਡਿਸੀਜਨਸ ਆ ਰਹੇ ਹੈ ਦੇ ਆਰ ਈਦਰ ਕਰਪਟ ਔਰ ਦੇ ਆਰ ਬੇਸਲੈਸ ਔਰ ਦੇਰ ਇਜ਼ ਲੈਕ ਆਫ ਓਪੀਨੀਅਨ ਔਰ ਦੇਰ ਆਰ ਨੋ ਐਪਲੀਕੇਸ਼ਨ ਆਫ ਮਾਈਂਡ। ਸੋ ਇਹ ਜਿਹੜੀ ਡਿਸਕ੍ਰਿਸ਼ਨਰੀ ਪਾਵਰ ਉਹਨਾਂ ਨੂੰ ਦਿੱਤੀ ਗਈ ਹੈ, ਉਹ ਵੀ ਕਨਸਟੀਟਿਊਸ਼ਨ ਨੇ ਹੀ ਉਹਨਾਂ ਨੂੰ ਦਿੱਤੀ ਹੈ। ਉਹ ਡਿਸਕ੍ਰਿਸ਼ਨਰੀ ਪਾਵਰ ਦਾ ਜਿਹੜਾ ਮਿਸਯੂਜ਼ ਹੈ ਉਹਦੇ ਕਰਕੇ ਜਿਹੜੇ ਡਿਸੀਜਨਸ ਇੰਨੇ ਜ਼ਿਆਦਾ ਗਲਤ ਆ ਰਹੇ ਹੈ। ਲੋਅਰ ਜੁਡੀਸ਼ਰੀ ਦਾ ਇੰਨਾ ਬੁਰਾ ਹਾਲ ਹੈ, ਹਾਇਰ ਜੁਡੀਸ਼ਰੀ ਇਜ਼ ਨਾਟ ਹੈਲਪਿੰਗ ਦੈਮਸੈਲਵਸ, ਠੀਕ ਹੈ। ਦੇ ਆਰ ਗਿਵਿੰਗ ਕੰਟਰਰੀ ਜਜਮੈਂਟਸ ਜਸਟ ਕੀਪਿੰਗ ਇਨ ਮਾਈਂਡ ਟੈਕਨੀਕਲ ਗਰਾਊਂਡਸ, ਹੈ ਨਾ। ਸੋ ਇਸ ਤਰ੍ਹਾਂ ਜਿਹੜੇ ਇਹ ਲੂਪ ਹੋਲਸ ਲਾਅ ਦੇ ਹੈ, ਜੁਡੀਸ਼ਰੀ ਦੇ ਹੈ, ਉਹ ਜੱਜਿਸ ਉਹਨੂੰ ਜਿਹੜਾ ਹੈ ਹੋਰ ਬੜਾਵਾ ਦੇ ਰਹੇ, ਓਵਰਲੁੱਕ ਕਰ ਰਹੇ ਹੈ ਜਸਟਿਸ ਨੂੰ। ਕਨਸਟੀਟਿਊਸ਼ਨ ਦੇ ਉੱਤੇ ਸਾਡੇ ਲਾਅ ਮੰਤਰੀ ਕਿਰਨ ਰਿਜੀਜੂ ਜੀ ਦਾ ਇੱਕ ਬਿਆਨ ਆਇਆ ਬਈ ਕੋਲੀਜੀਅਮ ਸਿਸਟਮ ਨੇ ਕਨਸਟੀਟਿਊਸ਼ਨ ਨੂੰ ਹਾਈਜੈਕ ਕਰ ਲਿਆ, ਅਤੇ ਇਹਦਾ ਪਲਟਵਾਰ ਜਿਹੜਾ ਹੋਇਆ ਸਰਕਾਰ ਦੇ ਉੱਤੇ ਇਹ ਹੋਇਆ ਵੀ ਸਰਕਾਰ ਨੇ ਜਿਹੜਾ ਸਿਸਟਮ ਨੂੰ ਅਤੇ ਕਨਸਟੀਟਿਊਸ਼ਨ ਨੂੰ ਦੋਨਾਂ ਨੂੰ ਹਾਈਜੈਕ ਕਰ ਲਿਆ। ਇਹ ਇੱਕ ਸਵਾਲ ਇਸ ਤਰ੍ਹਾਂ ਹੈ ਕਿ ਜੇ ਸੁਪਰੀਮ ਕੋਰਟ ਆਪਣੇ ਜਿਹੜੇ ਹਾਈ ਕੋਰਟ ਦੇ ਜੱਜ ਹੈ ਉਹਨਾਂ ਨੂੰ ਅਪੁਆਇੰਟ ਕਰਦੀ ਹੈ, ਕੋਲੀਜੀਅਮ ਰਿਕਮੈਂਡ ਕਰਦੀ ਹੈ ਔਰ ਗਵਰਨਮੈਂਟ ਆਫ ਇੰਡੀਆ ਮੋਹਰ ਲਗਾ ਦਿੰਦੀ ਹੈ, ਪਹਿਲੀ ਗੱਲ। ਅਤੇ ਦੂਜੀ ਚੀਜ਼ ਇਹ ਹੈ ਵੀ ਜਿਹੜੀ ਡਿਪਟੀ ਚੀਫ ਮਿਨਿਸਟਰ ਸਾਹਿਬ ਦੀ ਪੋਸਟ ਕਨਸਟੀਟਿਊਸ਼ਨ ਦੇ ਵਿੱਚ ਹੀ ਨਹੀਂ ਹੈ, ਉਹ ਫਿਰ ਇਹ ਸਰਕਾਰਾਂ ਜਿਹੜੀਆਂ ਬਣਾ ਦਿੰਦੀਆਂ। ਅਤੇ ਇੱਥੇ ਕਿਰਨ ਰਿਜੀਜੂ ਸਾਹਿਬ ਦੀ ਸਟੇਟਮੈਂਟ ਕਿੰਨੇ ਕੁ ਅਰਥ ਰੱਖਦੀ ਹੈ ਵੀ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੀਦਾ? ਸਰ ਦੇਖੋ ਸਿਸਟਮ ਤਾਂ ਹਾਈਜੈਕ ਹੋ ਗਿਆ ਹੈ, ਬਿਲਕੁਲ ਕਰੈਕਟ ਹੈ। ਜੱਜਿਸ ਹੀ ਆਪਣੇ ਆਪ ਨੂੰ, ਵੈਸੇ ਤਾਂ ਸਾਡੇ ਪਿੰਡਾਂ 'ਚ ਪੁਰਾਣੀ ਕਹਾਵਤ ਹੈ ਕਿ ਜੱਜ ਨੂੰ ਰੱਬ ਮੰਨਿਆ ਜਾਂਦਾ ਸੀ,
ਪਰ ਜੱਜਿਸ ਇਹਦੀ ਹੀ ਅਗਰ ਦੂਸਰੀ ਸਾਈਡ ਦੇਖੀ ਜਾਏ ਕਿ ਫਲਿਪ ਸਾਈਡ ਆਫ ਦਿਸ ਕੋਇਨ ਸੇਜ਼ ਕਿ ਜਦੋਂ ਰੱਬ ਹੀ ਜੱਜ ਹੀ ਆਪਣੇ ਆਪ ਨੂੰ ਰੱਬ ਮੰਨਣ ਲੱਗ ਜਾਣ ਸਰ, ਫਿਰ ਤਾਂ ਦੇਖੋ ਬੇੜਾ ਗਰਕ ਹੈ ਸਾਡੇ ਲੋਕਤੰਤਰ ਦਾ ਇੰਡੀਆ ਦੇ ਵਿੱਚ। ਇਸ ਤਰ੍ਹਾਂ ਜਿਹੜਾ ਹੈ ਸੰਵਿਧਾਨ ਦਾ ਡੈਫੀਨੇਟਲੀ ਜਿਹੜਾ ਹੈ ਮਿਸਯੂਜ਼ ਹੋਏਗਾ। ਤੇ ਜਿੱਦਾਂ ਕਿ ਉਹਨਾਂ ਨੇ ਕਿਹਾ ਹਾਈਜੈਕ ਕੀਤਾ ਗਿਆ ਹੈ, ਉਹ ਬਿਲਕੁਲ ਸਹੀ ਹੈ। ਕੋਲੀਜੀਅਮ ਸਿਸਟਮ ਵਿੱਚ ਜੱਜਸ ਹੀ ਖੁਦ ਰੱਬ ਬਣ ਗਏ ਆ। ਉਹਨਾਂ ਨੂੰ ਲੱਗਦਾ ਵਟ ਐਵਰ ਵੀ ਹੈਵ ਸੈਡ ਇਜ਼ ਸੁਪਰੀਮ, ਠੀਕ ਹੈ, ਇਹਨੂੰ ਕੋਈ ਵੀ ਉਹ ਨਹੀਂ ਕਰ ਸਕਦਾ, ਠੀਕ ਹੈ। ਤੇ ਹੁੰਦਾ ਕੀ ਹੈ ਜਨਰਲੀ ਜੁਡੀਸ਼ਰੀ ਤੇ ਜਿਹੜਾ ਐਗਜ਼ੈਕਟਿਵ ਹੈ ਉਹਨਾਂ ਦੀ ਲੜਾਈ ਹੋ ਜਾਂਦੀ ਹੈ। ਜਿਹੜਾ ਗਵਰਨਮੈਂਟ ਨਾਲ ਸਿੱਧਾ ਭਿੜ ਜਾਂਦੇ ਕਈ ਵਾਰ ਜੱਜਸ, ਜਿਹਦੇ ਕਰਕੇ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਹੈ ਤੇ ਸਰਕਾਰ ਵੀ ਕਦੀ ਲਾਅ ਬਣਾ ਦਿੰਦੀ ਹੈ, ਉਹਨੂੰ ਅਮੈਂਡ ਕਰਨ ਲਈ ਉਹਦੀ ਇੰਟਰਪ੍ਰੀਟੇਸ਼ਨ ਜੁਡੀਸ਼ਰੀ ਡਿਫਰੈਂਟ ਦੇ ਦਿੰਦੀ ਹੈ। ਸੋ ਵਾਈਸਾ ਵਰਸਾ ਜਿਹੜੀ ਲੜਾਈ ਹੈ ਇਹ ਕੰਟੀਨਿਊਟੀ ਦੇ ਵਿੱਚ ਚੱਲਦੀ ਰਹਿੰਦੀ ਹੈ। ਤਾਂ ਕਈ ਵਾਰ ਨੁਕਸਾਨ ਦੇ ਡਰ ਤੋਂ ਕਈ ਜੱਜਸ ਜਿਹੜੇ ਹੈ ਪ੍ਰੋ ਗਵਰਨਮੈਂਟ ਜੋ ਹੈ ਫੈਸਲੇ ਦੇ ਦਿੰਦੇ ਹੈ, ਕੁਝ ਪਾਲਿਸੀਜ਼ ਨੂੰ ਇੱਦਾਂ ਦੇ ਇਨਕਰੇਜ ਕਰਦੇ ਹੈ। ਕੁਝ ਐਸੇ ਸਰਕਾਰੀ ਦਫ਼ਤਰਾਂ ਨੂੰ, ਜਿਵੇਂ ਫੋਰ ਐਗਜ਼ਾਮਪਲ ਆਈ ਵਿਲ ਸੇ ਫੂਡ ਕਾਰਪੋਰੇਸ਼ਨ ਆਫ ਇੰਡੀਆ, ਜਿਹੜੀ ਕਿ ਮੋਸਟ ਕਰਪਟ ਮੰਨੀ ਗਈ ਹੈ, ਜਿਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਉੱਥੇ ਕਰਪਸ਼ਨ ਸਭ ਤੋਂ ਜ਼ਿਆਦਾ ਰੈਂਪੈਂਟ ਹੈ। ਉਹ ਐਸੇ ਡਿਪਾਰਟਮੈਂਟਸ ਨੂੰ ਜਦੋਂ ਜੁਡੀਸ਼ਰੀ ਸਾਡੇ ਪਿਲਰਸ ਆਫ ਜਸਟਿਸ ਜਿਹੜੇ ਹੈ ਉਹ ਇਨਕਰੇਜ ਕਰਨ, ਉਸ ਕਰਪਸ਼ਨ ਨੂੰ ਇਨਕਰੇਜ ਕਰਨ, ਤਾਂ ਡੈਫੀਨੇਟਲੀ ਇਟ ਇਜ਼ ਵਿਜ਼ੀਬਲ, ਇਟ ਇਜ਼ ਐਪਰੈਂਟ ਦੈਟ ਆਲ ਥੀਸ ਜੱਜਸ ਆਰ ਕਰਪਟ। ਇਸ ਦਾ ਮਤਲਬ ਇਹ ਹੈ ਵੀ ਆਫਟਰ ਰਿਟਾਇਰਮੈਂਟ ਜੱਜਿਸ ਜਿਹੜੇ ਨੇ ਕਮਿਸ਼ਨ ਦੀ, ਆਰਬਿਟ੍ਰੇਸ਼ਨ ਦੀ ਜਾਂ ਹੋਰ ਜਿਹੜੇ ਟ੍ਰਿਬਿਊਨਲਸ ਨੇ ਉਹਨਾਂ ਦੇ ਹੈੱਡ ਲੱਗਣ ਦੀ ਲਾਲਸਾ ਰੱਖਦੇ ਨੇ। ਇਹ ਪਹਿਲੇ ਨਹੀਂ ਸਨ ਰੱਖਦੇ ਤੇ ਸਿਸਟਮ ਸਾਡਾ ਬੜਾ ਸਾਫ਼ ਤੇ ਸਪਸ਼ਟ ਸੀ। ਹੁਣ ਇਹ ਬੜਾ ਕਰਪਟ ਹੋ ਗਿਆ। ਕੀ ਕਿਰਨ ਰਿਜੂ ਸਾਹਿਬ ਇਸ ਨੂੰ ਰੂਲ ਆਫ ਲਾ ਦੇ ਥੱਲੇ ਮੰਨਣਗੇ ਜਾਂ ਲਿਆਉਣਗੇ? ਗਵਰਨਮੈਂਟ ਇਸ ਚੀਜ਼ ਨੂੰ ਦੇਖੇਗੀ, ਤਵੱਜੋ ਦੇਗੀ ਜਾਂ ਨਹੀਂ ਦੇਗੀ? ਇਹ ਇੱਕ ਸਵਾਲ ਹੈ ਜਿਹਦੇ ਬਾਰੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤੁਸੀਂ ਆਪਣੇ ਵਡਮੁੱਲੇ ਵਿਚਾਰ ਦਿਓ। ਸਰ ਦੇਖੋ ਲਾਅ ਰਿਫਾਰਮਸ ਜਿਹੜੇ ਸ਼ੁਰੂ ਤੋਂ ਹੀ ਇੱਕ ਵੱਡਾ ਮੁੱਦਾ ਰਹੇ ਨੇ, ਕਿਉਂਕਿ ਅੰਗਰੇਜ਼ਾਂ ਨੇ ਜੋ ਸਾਡੇ ਲਈ ਲਾਅ ਬਣਾਏ, ਆਲਦੋ ਦੇ ਆਰ ਰੈਲੀਵੈਂਟ, ਆਲਦੋ ਦੇ ਆਰ ਰੀਅਲੀ ਕੁਇੰਟਐਸੈਂਸ਼ੀਅਲ ਫॉर ਰਨਿੰਗ ਆਫ ਆਰ ਗਵਰਨਮੈਂਟ ਰਾਈਟ ਨਾਓ ਔਰ ਰੈਗੂਲੇਟਿੰਗ ਬਿਹੇਵੀਅਰ ਆਫ ਪੀਪਲ ਇਨ ਇੰਡੀਆ, ਬਟ ਸਟਿਲ ਜਿਹੜਾ ਹੈ ਫਿਊ ਲਾਜ਼ ਹੈਵ ਬਿਕਮ ਆਬਸੋਲੀਟ। ਸੋ ਉਹਨਾਂ ਨੂੰ ਅਮੈਂਡ ਕਰਨਾ, ਉਹ ਲਾਅ 'ਚ ਰੀਫਾਰਮਸ ਲਿਆਉਣਾ ਡੈਫੀਨੇਟਲੀ ਸਾਡੇ ਲਾਅ ਮਿਨਿਸਟਰ ਦਾ ਕੰਮ ਹੈ। ਉਹਨਾਂ ਨੂੰ ਦੇਖਣਾ ਚਾਹੀਦਾ ਕਿ ਕਿਸ ਤਰ੍ਹਾਂ ਸਿਰਫ ਜੁਡੀਸ਼ਰੀ ਦੀ ਇੰਟਰਪ੍ਰੀਟੇਸ਼ਨ 'ਤੇ ਸਾਨੂੰ ਨਹੀਂ ਜਾਣਾ ਚਾਹੀਦਾ, ਖੁਦ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਹੈ। ਐਂਡ ਦੀ ਪ੍ਰੋਸੀਜਰ ਟੂ ਮੇਕ ਲਾਜ਼ ਜਿਹੜਾ ਇੰਨਾ ਲੈਂਦੀ ਕਈ ਵਾਰ ਸੈਸ਼ਨਸ ਦੇ ਵਿੱਚ ਚਲਾ ਜਾਂਦਾ ਹੈ, 6-6 ਮਹੀਨੇ, ਸਾਲ 2-2 ਸਾਲ ਬਿਲਸ ਪਏ ਰਹਿੰਦੇ ਪੈਂਡਿੰਗ, ਉਹਦੇ 'ਤੇ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ ਸਾਨੂੰ ਕਿ ਉਹਨੂੰ ਜਲਦੀ ਤੋਂ ਜਲਦੀ ਰეკਮੈਂਡ ਕਰਕੇ ਪਾਸ ਕੀਤਾ ਜਾਵੇ ਸੈਸ਼ਨ ਦੇ ਵਿੱਚ। ਰਾਜਨ ਗਗੋਈ ਸਾਹਿਬ ਜਿਹੜੇ ਫਰਵਰੀ 2018 ਵਿੱਚ 4 ਜੱਜਿਸ ਦੇ ਨਾਲ ਮੀਡੀਆ ਦੇ ਸਾਹਮਣੇ ਆਏ ਸਨ ਔਰ ਉਹਨਾਂ ਨੇ ਜੋ ਆਪਣੇ ਵਿਚਾਰ ਦੱਸੇ ਸਨ, ਉਸ ਤੋਂ ਬਾਅਦ ਉਹਨਾਂ ਨੇ ਐਜ਼ ਏ ਚੀਫ ਜਸਟਿਸ ਜੋ ਉਹਨਾਂ ਨੇ ਕੰਮ ਕੀਤੇ, ਜੋ ਉਹਨਾਂ ਨੇ ਸਰਕਾਰ ਦੇ ਪੱਖ ਵਿੱਚ ਜਜਮੈਂਟਾਂ ਦਿੱਤੀਆਂ ਤੇ ਉਹਦੇ ਇਵਜ਼ ਵਿੱਚ ਉਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਮਿਲੀ, ਇਹਦੇ ਬਾਰੇ ਕੁਝ ਕਹੋਗੇ ਕਿ ਕਿੰਨੇ ਜੱਜ ਇਸ ਰੇਸ ਦੇ ਵਿੱਚ ਇਸ ਤਰ੍ਹਾਂ ਆ ਗਏ ਨੇ? ਬਹੁਤ ਸਰ, ਇਹ ਸਭ ਤੋਂ ਜ਼ਿਆਦਾ ਹਾਈਲਾਈਟਡ ਐਗਜ਼ਾਮਪਲ, ਗਲੇਰਿੰਗ ਐਗਜ਼ਾਮਪਲ ਹੈ, ਸਟਾਕਿੰਗ ਐਗਜ਼ਾਮਪਲ ਹੈ ਰੰਜਨ ਗੋਗੋਈ ਸਰ ਦਾ, ਜਿਹਦੇ ਵਿੱਚ ਬਿਕੋਜ਼ ਉਹਨਾਂ ਨੇ ਐਂਟੀ ਗਵਰਨਮੈਂਟ ਜਜਮੈਂਟ ਪਾਸ ਨਹੀਂ ਕੀਤੀ, ਮੋਦੀ ਗਵਰਨਮੈਂਟ ਦੇ ਖਿਲਾਫ ਉਹਨਾਂ ਨੇ ਜਜਮੈਂਟ ਪਾਸ ਨਹੀਂ ਕੀਤੀ, ਜਿਹਦੇ ਕਰਕੇ ਉਹਨਾਂ ਨੂੰ ਉਹਦਾ ਬੈਨੀਫਿਟ ਦਿੱਤਾ ਗਿਆ, ਰਿਵਾਰਡ ਦਿੱਤਾ ਗਿਆ ਇਨ ਦੀ ਫਾਰਮ ਆਫ ਸੀਟ ਆਫ ਰਾਜ ਸਭਾ। ਸੋ ਇਸ ਤਰ੍ਹਾਂ ਦੇ ਜਿਹੜੇ ਪਰਕਸ ਹੈ, ਇਸ ਤਰ੍ਹਾਂ ਦੇ ਜਿਹੜੇ ਰਿਵਾਰਡਸ ਹੈ, ਇਹ ਸਾਰੇ ਜੱਜਿਸ ਅੱਜ ਦੀ ਡੇਟ 'ਚ ਪੋਸਟ ਰਿਟਾਇਰਮੈਂਟ ਬੈਨੀਫਿਟਸ ਜਿਹੜੇ ਹੈ ਉਹ ਐਕਸਪੈਕਟ ਕਰ ਰਹੇ ਹੈ, ਜਿਹਦੇ ਕਰਕੇ ਉਹਨਾਂ ਨੂੰ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਕਈ ਵਾਰ ਇਨ ਦੀ ਫੇਵਰ ਆਫ ਗਵਰਨਮੈਂਟ ਜਿਹੜਾ ਹੈ ਜਜਮੈਂਟਸ ਪਾਸ ਕਰਨੀਆਂ ਪੈਂਦੀਆਂ, ਇਨ ਦੀ ਮਤਲਬ ਐਂਟੀ ਗਵਰਨਮੈਂਟ ਜਿਹੜੀ ਰਜੀਮ ਹੈ ਉਹਦੇ ਖਿਲਾਫ ਚੱਲਣਾ ਪੈਂਦਾ। ਬਹੁਤ ਸਾਰੇ ਜੱਜਿਸ ਦੇ ਅਗੇਂਸਟ ਕੰਟੈਂਪਟ ਇਸ਼ੂ ਹੋ ਸਕਦਾ ਹੈ ਅਗਰ ਉਹ ਖਾਸ ਕਰ ਸਾਡੇ ਮਤਲਬ ਕੁਝ ਜਿਹੜੇ ਲੋਅਰ ਜੁਡੀਸ਼ਰੀ ਜਾਂ ਹਾਈ ਕੋਰਟ ਜੱਜਿਸ ਹੁੰਦੇ ਆ, ਦੇ ਆਰ ਰੀਅਲੀ ਅਫਰੇਡ ਕਿ ਭਈ ਕਿਤੇ ਸਾਡੇ ਖਿਲਾਫ ਕੋਈ ਇਨਕੁਆਇਰੀ ਨਾ ਬੈਠ ਜਾਏ ਜਾਂ ਸਾਡੇ ਖਿਲਾਫ ਗਵਰਨਮੈਂਟ ਕੋਈ ਐਕਸ਼ਨ ਨਾ ਲਵੇ, ਜੱਜਿਸ ਜਿਹੜੇ ਹੈ ਉਹ ਹਾਇਰ ਜੁਡੀਸ਼ਰੀ ਸਾਡੇ ਅਗੇਂਸਟ ਐਕਸ਼ਨ ਨਾ ਲੈਣ, ਕੋਈ ਡਿਸਪਲਿਨਰੀ ਪ੍ਰੋਸੀਡਿੰਗ ਸਾਡੇ ਅਗੇਂਸਟ ਨਾ ਹੋਵੇ। ਸੋ ਇਸ ਤਰ੍ਹਾਂ ਦਾ ਜਿਹੜਾ ਇੰਟੀਮੀਡੇਟਿੰਗ ਫੈਕਟਰਸ ਨੇ, ਜਿਹੜਾ ਡਰ ਹੈ ਉਹਨਾਂ ਦੇ ਮਨ ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਇੰਡੀਪੈਂਡੈਂਸ ਆਫ ਜੁਡੀਸ਼ਰੀ ਇਜ਼ ਨੋਵੇਅਰ। So they are not independent right now, they are working under pressure, under fear of losing their job, ਜਿਹਦੇ ਕਰਕੇ ਜਿਹੜਾ ਹੈ and obviously getting perks and post retirement benefits। ਸੋ ਇਸ ਤਰ੍ਹਾਂ ਦੀ ਜਿਹੜੀ ਜੁਡੀਸ਼ਰੀ ਦੇ ਵਿੱਚ ਲਹਿਰ ਚੱਲੀ ਹੋਈ ਹੈ, ਇਹ ਜਿਹੜੀ ਹੈ ਇਹਦੀ ਨਿੰਦਾ ਕਰਦੇ ਹਾਂ ਅਸੀਂ ਸਾਰੇ। ਇੱਕ ਚੀਜ਼ ਹੋਰ, ਇਹ ਕਠਪੁਤਲੀਆਂ ਦੀ ਖੇਡ ਦੇ ਵਿੱਚ ਇੱਕ ਖੇਡ ਹੋਰ ਨਿਕਲ ਕੇ ਸਾਹਮਣੇ ਆਈ ਕਿ ਜਿਹੜੇ ਸਾਡੇ ਪ੍ਰਧਾਨ ਮੰਤਰੀ ਜੀ ਤੇ ਹੋਮ ਮਿਨਿਸਟਰ ਸਾਹਿਬ ਦੇ ਵਕੀਲ ਸਾਹਿਬ ਸਨ, ਉਹਨਾਂ ਨੇ ਉਹਨਾਂ ਨੂੰ ਬਰੀ ਕਰਾ ਦਿੱਤਾ।
ਮੇਰਾ ਇਸ਼ਾਰਾ ਤੇ ਸੰਕੇਤ ਤੁਸੀਂ ਸਮਝ ਗਏ ਹੋ ਮੈਂ ਕਿੱਧਰ ਦਿੱਤਾ ਹੈ। ਜੀ। ਤੇ ਜਿਹੜੇ ਚੀਫ ਜਸਟਿਸ ਸਾਹਿਬ ਨੇ ਉਹਨਾਂ ਦੇ ਹੱਕ 'ਚ ਜੱਜਮੈਂਟ ਲਿਖੀ ਸੀ ਉਹਨਾਂ ਨੂੰ ਗਵਰਨਰ ਲਾ ਦਿੱਤਾ ਗਿਆ ਬਿਲਕੁਲ ਤੇ ਉਹਨਾਂ ਦੇ ਵਕੀਲ ਸਾਹਿਬਾਨ ਨੂੰ ਸੁਪਰੀਮ ਕੋਰਟ ਦਾ ਜੱਜ ਬਣਾ ਕੇ ਚੀਫ ਜਸਟਿਸ ਤੱਕ ਪਹੁੰਚਾ ਦਿੱਤਾ ਗਿਆ। ਇਹਦੇ ਬਾਰੇ ਦੋ ਸ਼ਬਦ। ਸਰ ਦੇਖੋ ਉਹੀ ਗੱਲ ਹੈ ਕਿ ਕਿਸੇ ਤਰ੍ਹਾਂ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਗਵਰਨਮੈਂਟ ਵਿਲ ਗਿਵ ਯੂ ਬੈਨੀਫਿਟ ਇਫ ਯੂ ਵਿਲ ਸਪੋਰਟ them। ठीक है, अगर मैं ही अपना एग्जांपल लवां कि दी प्रेजेंट सिटिंग गवर्नमेंट ऑफ पंजाब विल गिव मी बेनिफिट्स if I'll talk in favor of that government, if I'll start criticizing that government, definitely I will not get those rewards, definitely I will not get those perks। so उसी तरह जजेस भी ਜਿਹੜਾ ਹੈ ਮਜਬੂਰ ਹੁੰਦੇ, ਬਟ ਮੈਨੂੰ ਇੱਦਾਂ ਲੱਗਦਾ ਕਿ they are sitting on the seat, they have the power। ਰੱਬ ਨੇ ਉਹਨਾਂ ਨੂੰ ਉਹ ਥਾਂ ਦਿੱਤੀ ਹੈ, ਹਰ ਕੋਈ ਜੱਜ ਨਹੀਂ ਬਣ ਸਕਦਾ। ਜੇ ਕੋਈ ਜੱਜ ਬਣ ਰਿਹਾ, ਰੱਬ ਦੀ ਥਾਂ ਜਿਹੜੀ ਹੈ ਉਹਨਾਂ ਨੂੰ ਮਿਲਦੀ ਹੈ, ਤਾਂ ਉਹਨਾਂ ਨੂੰ ਉਹਦਾ ਮਿਸਯੂਜ਼ ਨਹੀਂ ਕਰਨਾ ਚਾਹੀਦਾ ਅੰਡਰ ਪ੍ਰੈਸ਼ਰ ਆਫ ਗਵਰਨਮੈਂਟ। ਕਦੀ ਆਈ ਥਿੰਕ ਮੈਨੂੰ ਲੱਗਦਾ ਇੱਕ ਜਾਂ ਦੋ ਇੰਸਟੈਂਸ ਛੱਡ ਕੇ ਬਾਕੀ ਸਭ ਟਾਈਮ ਉਹਨਾਂ ਨੂੰ ਥੋੜਾ ਜਿਹਾ ਇੱਕ ਸਟੌਂਚ ਜਾਂ ਫਰਮ ਜਿਹੜਾ ਹੈ ਸਟੈਂਡ ਲੈਣਾ ਚਾਹੀਦਾ ਕਿ ਭਈ ਅਸੀਂ ਸਰਕਾਰ ਜੇ ਕੁਝ ਗਲਤ ਕਰ ਰਹੀ, ਕੋਈ ਗਲਤ ਪਾਲਿਸੀ, ਤਾਂ ਉਹਦੇ ਖਿਲਾਫ ਬੋਲਣਾ ਚਾਹੀਦਾ ਰਾਦਰ ਦੈਨ ਇਹਨਾਂ ਬੈਨੀਫਿਟਸ ਕਰਕੇ ਜਿਹੜਾ ਹੈ ਲੋਕਾਂ ਨਾਲ ਵੀ ਦਾ ਪੀਪਲ ਆਫ ਇੰਡੀਆ ਨਾਲ ਧੋਖਾ ਕਰਨ, ਆਪਣੀ ਜੁਡੀਸ਼ਰੀ ਦਾ ਜਿਹੜਾ ਰੂਲ ਆਫ ਲਾਅ ਹੈ ਉਹਨੂੰ ਹੈਂਪਰ ਕਰਨ, ਤੇ ਇਸ ਤਰ੍ਹਾਂ ਜਿਹੜਾ ਹੈ ਜੁਡੀਸ਼ਰੀ ਨੂੰ ਟੈਂਟਡ ਨਾ ਕਰਨ। ਇੱਕ ਚੀਜ਼ ਸਾਹਮਣੇ ਆਉਂਦੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਖਿਲਵਾੜ ਕੌਂਸਟੀਟਿਊਸ਼ਨਲ ਅਥਾਰਟੀਜ਼ ਕਰਦੀਆਂ ਹੈ, ਉਹਦੇ ਉੱਤੇ ਕੋਈ ਕਾਨੂੰਨ ਨਹੀਂ ਬਣਿਆ। ਜੇ ਤੁਹਾਡੀ ਨਿਗਾਹ 'ਚ ਹੈਗਾ ਤੇ ਸਾਂਝਾ ਕਰੋ। ਸਰ ਦੇਖੋ ਮੈਂ ਬਹੁਤ ਸਾਰੀ ਬੋਡੀਜ਼ ਬਣੀਆਂ ਹੋਈਆਂ, ਚਾਹੇ ਉਹ ਕਨਸਟੀਟਿਊਸ਼ਨਲ ਹੋਣ, ਚਾਹੇ ਉਹ ਲੈਜਿਸਲੇਟਿਵ ਬੋਡੀਜ਼ ਹੋਣ, ਕੋਈ ਪਲੈਨਿੰਗ ਕਮਿਸ਼ਨ ਬਣ ਜੇ, ਕੋਈ ਨੀਤੀ ਆਯੋਗ ਨਾਮ ਬਦਲ ਕੇ ਉਹਨਾਂ ਨੂੰ ਦਿੱਤਾ ਜਾਏ, ਬਹੁਤ ਸਾਰੀ ਬੋਡੀਜ਼ ਇੱਦਾਂ ਦੀਆਂ ਬਣਦੀਆਂ, ਲੇਕਿਨ ਉਹਨਾਂ ਦਾ ਖੁਦ ਦਾ ਰੈਗੂਲੇਸ਼ਨ ਡੈਫੀਨੇਟਲੀ ਉਹਨਾਂ ਦੀ ਡਿਸਪਲਿਨਰੀ ਪ੍ਰੋਸੀਡਿੰਗਸ ਜਿਹੜਾ ਹੈ ਅਗੇਨ ਡਿਪੈਂਡਸ ਅਪੋਨ ਵੈਦਰ ਦੇ ਆਰ ਸੈਂਟਰਲ ਗਵਰਨਮੈਂਟ ਇੰਪਲੋਈ ਔਰ ਸਟੇਟ ਗਵਰਨਮੈਂਟ ਇੰਪਲੋਈ, ਉਹਦੇ ਅਕੋਰਡਿੰਗ ਉਹਨਾਂ ਦੇ ਸਰਵਿਸ ਰੂਲਸ ਚੱਲਦੇ ਆ। ਡਾਇਰੈਕਟਲੀ ਉਹਨਾਂ 'ਤੇ ਕੋਈ ਵੀ ਐਕਸ਼ਨ ਨਹੀਂ ਲਿੱਤਾ ਜਾਂਦਾ। ਹੁਣ ਗੱਲ ਇਹ ਹੈ ਕਿ ਕੁਛ ਐਸੀ ਪੋਸਟ ਹੁੰਦੀਆਂ ਹੂ ਆਰ ਡਾਇਰੈਕਟਲੀ ਰਿਸਪੌਂਸਿਬਲ ਟੂ PMO, ਪ੍ਰਾਈਮ ਮਿਨਿਸਟਰ ਆਫਿਸ। ਬੜੇ ਸਾਰੇ ਟੈਕਸੇਸ਼ਨ ਦੇ ਐਕਸਾਈਜ਼ ਵਗੈਰਾ ਦੇ ਲੋਕ ਜਿਹੜੇ ਮੇਰੇ ਵੀ ਜਾਣਕਾਰ ਨੇ, ਜਿਹੜੇ ਦੇ ਆਰ ਡਾਇਰੈਕਟਲੀ ਆਨਸਰੇਬਲ ਟੂ PMO। ਸੋ ਇੱਦਾਂ ਦੀ ਕੋਈ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਐਸੇ ਕੋਈ ਆਫਿਸਿਸ ਨੇ, ਕਨਸਟੀਟਿਊਸ਼ਨਲ ਮਸ਼ੀਨਰੀ ਅਗਰ ਤੁਸੀਂ ਕ੍ਰੀਏਟ ਕੀਤੀ ਹੈ ਤਾਂ ਕੋਈ ਬੋਡੀਜ਼ ਜਿਹੜੀ ਹੈ ਕ੍ਰੀਏਟ ਕੀਤੀਆਂ ਕਨਸਟੀਟਿਊਸ਼ਨਲ ਜਾਂ ਲੈਜਿਸਲੇਟਿਵ ਜਾਂ ਸਟੈਚੂਟਰੀ ਬੋਡੀ, ਉਹ ਆਨਸਰੇਬਲ ਹੋਣ, ਦੇ ਸ਼ੁੱਡ ਬੀ ਅਕਾਊਂਟੇਬਲ ਫॉर देयर ਐਕਟਸ। ਤਦ ਹੀ ਜਿਹੜਾ ਹੈ ਅਸੀਂ ਉਹਨਾਂ 'ਤੇ ਜਿਹੜਾ ਹੈ ਚੈੱਕਸ ਰੱਖ ਸਕਾਂਗੇ। ਚੈੱਕਸ ਐਂਡ ਬੈਲੈਂਸਿਸ ਵਾਲੀ ਥਿਊਰੀ ਜਿਹੜੀ ਸਾਡੀ ਐਡਮਿਨਿਸਟ੍ਰੇਟਿਵ ਲਾਅ ਕਹਿੰਦਾ, ਉਹ ਤਦ ਹੀ ਜਿਹੜਾ ਹੈ ਲਾਗੂ ਕਰ ਸਕਾਂਗੇ, ਅਸੀਂ ਐਗਜ਼ੀਕਿਊਟ ਕਰ ਸਕਾਂਗੇ। ਹੁਣੇ ਇੱਕ 2-4 ਦਿਨ ਪਹਿਲੇ ਇੱਕ ਨਿਊਜ਼ ਆਈ ਸੀਗੀ ਵੀ ਨਿਊਜ਼ੀਲੈਂਡ ਦੀ 42 ਸਾਲ ਦੀ ਬੀਬੀ ਪ੍ਰਾਈਮ ਮਿਨਿਸਟਰ ਨੇ ਆਪਣਾ ਰੈਜ਼ੀਗਨੇਸ਼ਨ ਅਨਾਉਂਸ ਕਰ ਦਿੱਤਾ ਔਰ ਉਹਨੇ ਕਿਹਾ ਮੈਂ 3 ਸਾਲ ਦੇ ਵਿੱਚ ਆਪਣੇ ਦੇਸ਼ ਲਈ ਜੋ ਕਰ ਦਿੱਤਾ, ਇਸ ਤੋਂ ਵੱਧ ਮੈਂ ਕੁਝ ਨਹੀਂ ਕਰ ਸਕਦੀ। ਸਾਡਾ ਥਿੰਕ ਟੈਂਕ ਜਿਹੜਾ ਹੈ ਜਾਂ ਸਾਡਾ ਜਿਹੜਾ ਥਾਟ ਟੈਂਕ ਹੈ ਉਹ ਇਸ ਹਿਸਾਬ ਨਾਲ ਅੱਗੇ ਨਹੀਂ ਚੱਲ ਸਕਦਾ ਔਰ ਦੇਸ਼ ਦੀ ਪ੍ਰਗਤੀ ਦੇ ਵਿੱਚ ਹਿੱਸਾ ਪਾਉਣ ਲਈ ਕਿਸੇ ਹੋਰ ਨੂੰ ਵੀ ਉਪਰਾਲਾ ਕਰਨਾ ਚਾਹੀਦਾ ਹੈ। ਤੇ ਸਾਡੇ ਜਿੰਨੇ ਸਹਿਬਾਨ ਨੇ ਬੈਠੇ ਹੋਏ ਪਾਰਲੀਮੈਂਟ ਦੇ ਵਿੱਚ ਜਾਂ ਮੰਤਰਾਲਿਆਂ ਦੇ ਵਿੱਚ, ਉਹ ਇਹ ਜ਼ਰੂਰਤ ਕਿਉਂ ਨਹੀਂ ਦਿਖਾਉਂਦੇ? ਸਰ ਸਾਡੇ ਦੇਸ਼ ਦੇ ਵਿੱਚ ਇੱਕ ਪ੍ਰਥਾ ਹੈ ਕਿ ਇੱਥੇ ਰੈਜ਼ਿਗਨੇਸ਼ਨ ਤਦ ਹੀ ਆਉਂਦਾ ਜਾਂ ਤਾਂ ਬੰਦਾ ਕਰਪਸ਼ਨ ਚਾਰਜਿਸ 'ਚ ਫਸ ਜੇ ਜਾਂ ਉਹਨੂੰ ਆਪਣਾ ਇਨਡਾਇਰੈਕਟਲੀ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਇਲੈਕਸ਼ਨ ਕੈਂਪੇਨ ਲਈ ਯੂਜ਼ ਕਰਨਾ ਹੋਏ ਉਸ ਰੈਜ਼ਿਗਨੇਸ਼ਨ ਨੂੰ। ਤਾਂ ਸਾਡੇ ਕੰਟਰੀ ਦੇ ਵਿੱਚ ਇਹ ਪ੍ਰਥਾ ਹੈ ਕਿ ਵੀ ਰੈਜ਼ਿਗਨੇਸ਼ਨ ਤਦ ਹੀ ਆਉਂਦੀ ਹੈ ਜੀ ਜਦੋਂ ਅਸੀਂ ਉਹਨੂੰ ਉਸ ਪਰਸਨ ਨੂੰ ਸੈਕ ਨਹੀਂ ਕਰਨਾ ਚਾਹੁੰਦੇ। ਇੱਕ ਤਰ੍ਹਾਂ ਅਸੀਂ ਉਹਨੂੰ ਵਾਰਨਿੰਗ ਦੇ ਦਿੰਦੇ ਹਾਂ ਕਿ ਬਈ ਰਿਜ਼ਾਈਨ ਕਰ ਦੇ, ਕਿ ਤੇਰੇ ਅਗੇਂਸਟ ਐਵੀਡੈਂਸ ਹੈਗੇ ਆ, ਚਾਰਜਿਸ ਆਫ ਕਰਪਸ਼ਨ ਹੈਗੇ ਆ, ਸੋ ਬੈਟਰ ਇਜ਼ ਟੂ ਰਿਜ਼ਾਈਨ। ਸੋ ਇਸ ਤਰ੍ਹਾਂ ਦੀ ਪ੍ਰਥਾ ਸਾਡੇ ਹੈ। ਤੇ ਜਿਸ ਤਰ੍ਹਾਂ ਦਾ ਐਗਜ਼ਾਮਪਲ ਤੁਸੀਂ ਦੇ ਰਹੇ ਹੋ ਕਿ ਨਿਊਜ਼ੀਲੈਂਡ ਜਾਂ ਬਾਹਰਲੇ ਦੇਸ਼ ਦੇ ਵਿੱਚ ਕਿਸੇ ਨੇ ਆਪਣੇ ਉੱਤੇ ਸੈਲਫ ਚੈੱਕ ਰੱਖਿਆ ਕਿ ਬਈ ਇਸ ਤੋਂ ਜ਼ਿਆਦਾ ਜਿਹੜਾ ਹੈ ਮੈਂ ਕੰਟਰੀਬਿਊਸ਼ਨ ਨਹੀਂ ਦੇ ਸਕਦੀ ਜਾਂ ਹੋਰ ਕਿਸੇ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ, ਐਂਡ ਵੋਲੰਟੈਰੀਲੀ ਉਹਨਾਂ ਨੇ ਜਿਹੜਾ ਰੈਜ਼ਿਗਨੇਸ਼ਨ ਦਿੱਤਾ ਹੈ। ਇਟ ਇਜ਼ ਐਕਚੁਅਲੀ ਅ ਸਟੈਪ ਜਿਹੜਾ ਇਹਨੂੰ ਸਾਨੂੰ ਜਿਹਦੀ ਜਿਹੜਾ ਸਰਾਹਨਾ ਕਰਨੀ ਚਾਹੀਦੀ ਹੈ। ਇਹ ਬਹੁਤ ਸਰਾਹਨੀय ਸਟੈਪ ਹੈ, ਲੇਕਿਨ ਸਾਡੇ ਦੇਸ਼ ਦੇ ਵਿੱਚ ਇਹ ਅਪਲਾਈ ਹੋਣਾ, ਲਾਗੂ ਹੋਣਾ ਬਹੁਤ ਜ਼ਿਆਦਾ ਡਿਫਿਕਲਟ ਹੈ ਕਿਉਂਕਿ ਸਾਡਾ ਸਿਸਟਮ ਐਕਚੁਅਲੀ ਬਹੁਤ ਕਰਪਟ ਤੇ ਜਿਹੜਾ ਖੋਖਲਾ ਹੋ ਚੁੱਕਾ ਹੈ, ਜਿਹਦੇ ਕਰਕੇ ਕੁਝ ਵੀ ਮਿਨਿਸਟਰਸ ਤੋਂ ਜਾਂ ਕਿਸੇ ਤੋਂ ਐਕਸਪੈਕਟ ਕਰਨਾ ਸਾਡੇ ਦੇਸ਼ ਦੇ ਵੈਸੇ ਵੀ ਦੇਸ਼ ਵਾਸੀਆਂ ਨੇ ਬਹੁਤ ਪਹਿਲਾਂ ਛੱਡ ਦਿੱਤਾ ਹੈ। ਨਿਊਜ਼ੀਲੈਂਡ ਦੀ ਪ੍ਰਾਈਮ ਮਿਨਿਸਟਰ ਦਾ ਜਿਹੜਾ ਨਾਮ ਹੈ ਸਾਡੇ ਵਿਸ਼ਵ ਗੁਰੂ ਤੋਂ ਕਿਤੇ ਅੱਗੇ ਚੱਲਦਾ ਪਿਆ ਔਰ ਉਸਨੇ ਫਿਰ ਵੀ ਅਸਤੀਫਾ ਦੇਣਾ ਇੱਕ ਮੁਨਾਸਬ ਸਮਝਿਆ ਕਿ ਮੈਂ ਆਪਣੇ ਦੇਸ਼ ਦੇ ਲਈ ਕਰ ਰਹੀ ਹਾਂ। ਤੇ ਸਾਡੇ ਜਿਹੜੇ ਇਸ ਵੇਲੇ ਦੇ 8 ਸਾਲ ਦੇ ਖਰਚ ਦੇ ਜਿਹੜੇ ਦਿਨ ਨੇ, ਪ੍ਰਧਾਨ ਮੰਤਰੀ ਸਾਹਿਬਾਨ ਨੇ ਕਦੀ ਇਹਦੇ ਉੱਤੇ ਮਨ ਦੀ ਗੱਲ ਨਹੀਂ ਕੀਤੀ, ਕਰਨੀ ਵੀ ਨਹੀਂ।
ਕਿਉਂਕਿ ਉਹ ਅੱਗੇ 2024 ਦਾ ਜਿਹੜਾ ਟਾਰਗੇਟ ਨੇ ਬੰਨੀ ਫਿਰਦੇ ਨੇ, ਮਿੱਥੀ ਫਿਰਦੇ ਨੇ ਕਿ ਇਹਨਾਂ ਦੀ ਜ਼ਰੂਰਤ ਦਿਖਾਉਣ ਲਈ ਪ੍ਰਧਾਨ ਮੰਤਰੀ ਜੀ ਕੋਲ ਮਨ ਦੀ ਬਾਤ ਕਰਨ ਲਈ ਸਮਾਂ ਹੋਣਾ ਚਾਹੀਦਾ ਜਾਂ ਨਹੀਂ, ਦੇਸ਼ ਦੇ ਲੋਕਾਂ ਨਾਲ ਗੱਲ ਕਰਨ ਲਈ ਸਮਾਂ ਹੋਣਾ ਚਾਹੀਦਾ ਜਾਂ ਨਹੀਂ, ਅਸੀਂ ਭਾਰਤ ਦੇ ਲੋਕ। ਸਰ ਦੇਖੋ ਜਦ ਵੀ ਸਾਡੇ ਦੇਸ਼ ਜਦੋਂ ਮਨ ਕੀ ਬਾਤ ਜਾਂ ਦਿਲ ਦੀ ਗੱਲ ਸਾਂਝੀ ਕਰਨ ਲਈ ਕੋਈ ਚੀਫ ਮਿਨਿਸਟਰ ਜਾਂ ਕੋਈ ਪ੍ਰਾਈਮ ਮਿਨਿਸਟਰ ਮੋਹਰੇ ਆਉਂਦਾ ਹੈ ਤਾਂ ਅਸੀਂ ਇਹਨੂੰ ਕਈ ਵਾਰ ਪਬਲਿਸਿਟੀ ਸਟੰਟ ਵੀ ਸਮਝ ਲੈਂਦੇ ਹਾਂ, ਅਤੇ ਸਾਨੂੰ ਪਤਾ ਹੁੰਦਾ ਕਿ ਇਹ ਜਾਂ ਤਾਂ ਪਾਰਟ ਆਫ ਮੈਨੀਫੈਸਟੋ ਆਫ ਇਲੈਕਸ਼ਨਸ ਆਫ ਐਨੀ ਅਦਰ ਸਟੇਟ ਬਣ ਸਕਦਾ। ਸੋ ਇਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਇਹਨੂੰ ਜ਼ਿਆਦਾ ਸੀਰੀਅਸਲੀ ਨਹੀਂ ਲਿੱਤਾ ਜਾਂਦਾ, ਬਟ ਅਦਰਵਾਈਜ਼ ਉਹੀ ਕਹਿੰਦੇ ਕਿ ਜਿਵੇਂ ਪੀਪਲਜ਼ ਲਾਇਰ ਹੁੰਦਾ, ਉਸੇ ਤਰ੍ਹਾਂ ਲੋਕਾਂ ਦੀ ਦੁੱਖਾਂ ਨੂੰ ਸੁਣਨਾ, ਉਹਨਾਂ ਦੇ ਪ੍ਰੋਬਲਮਸ ਨੂੰ ਸੋਲਵ ਕਰਨਾ ਇੱਕ ਨੇਤਾ ਦਾ ਕੰਮ ਹੈ, ਇੱਕ ਲੀਡਰ ਦਾ ਕੰਮ ਹੈ। ਲੀਡਰ ਜਿਹੜਾ ਕੋਈ ਵੀ ਉਹਦੀ ਆਪਣੀ ਕੌਂਸਟੀਟੂਐਂਸੀ ਹੈ ਜਾਂ ਦੇਸ਼ ਹੈ, ਕੋਈ ਸਟੇਟ ਹੈ, ਅਗਰ ਕੋਈ ਵੀ ਉਹਦੇ ਅੰਡਰ ਆਉਂਦਾ ਤਾਂ ਡੈਫੀਨੇਟਲੀ ਉਹਨੂੰ ਆਪਣੇ ਪ੍ਰਜਾ ਦੀ ਗੱਲ, ਜਿਵੇਂ ਆਪਾਂ ਪੁਰਾਣੇ ਜ਼ਮਾਨੇ 'ਚ ਕਹਿੰਦੇ ਸੀ ਕਿ ਰਾਜੇ ਮਹਾਰਾਜੇ ਹੁੰਦੇ ਸੀ, ਆਪਣੀ ਪ੍ਰਜਾ ਦੀ ਜਿਹੜੇ ਹੈ ਮੀਟਿੰਗ ਕਰਾਉਂਦੇ ਹੁੰਦੇ ਸੀਗੇ, ਹੈ ਨਾ, ਕਿ ਉਹਨਾਂ ਨੂੰ ਬਿਠਾ ਕੇ ਉਹਨਾਂ ਦੀ ਗੱਲ ਸੁਣਦੇ ਸੀ। ਅਤੇ ਉਸੇ ਤਰ੍ਹਾਂ ਸਾਡੇ ਲੀਡਰਸ ਨੂੰ ਫੋਲੋ ਕਰਨਾ ਚਾਹੀਦਾ, ਅਤੇ ਬੜੇ ਸਟੇਟਸ 'ਚ ਹੋਇਆ ਵੀ ਹੈ। ਬਟ ਅਗੈਨ ਇਹਦੀ ਸੀਰੀਅਸਨੈਸ ਕਿੱਥੇ ਤੱਕ ਹੈ ਅਤੇ ਕਿੱਦਾਂ ਪ੍ਰੋਬਲਮ ਸੋਲਵ ਹੁੰਦੀਆਂ, ਕੀ ਇਹ ਲੋਕ ਅਦਾਲਤ ਦਾ ਕੰਮ ਕਰਦੀਆਂ, ਕੀ ਇਹ ਸੱਥ ਦਾ ਕੰਮ ਕਰਦੀਆਂ ਪਿੰਡਾਂ 'ਚ, ਜਿਵੇਂ ਪ੍ਰੋਬਲਮ ਸੋਲਵ ਕਰਨ ਲਈ ਪੰਚਾਇਤ ਹੁੰਦੀ ਸੀ, ਇਹ ਦੇਖਣ ਵਾਲੀ ਗੱਲ ਹੈ, ਜਾਂ ਇਹ ਇੰਡੀਵਿਜੂਅਲ ਪਰਫੋਰਮੈਂਸ ਹੈ, ਰਿਪੋਰਟ ਕਾਰਡ ਹੈ ਹਰ ਮਿਨਿਸਟਰ ਦਾ ਜਾਂ ਕੈਬਨਿਟ ਦਾ ਜਾਂ ਕੋਈ ਵੀ ਹੋਰ ਸਟੇਟ ਦੇ ਕਿਸੇ ਵੀ ਮੰਤਰੀ ਦਾ। ਥੋੜ੍ਹੀ ਜਿਹੀ ਗੱਲ ਕਰਨ ਦਾ ਯਤਨ ਕੀਤਾ ਤੁਹਾਡੇ ਨਾਲ ਕੌਂਸਟੀਟਿਊਸ਼ਨ ਵਰਸਿਸ ਇੰਸਟੀਟਿਊਸ਼ਨ, ਅਤੇ ਕੌਂਸਟੀਟਿਊਸ਼ਨ ਜਿਹੜਾ ਹੈ ਉਹਦੇ ਉੱਤੇ ਸਰਕਾਰ ਦਾ ਕੀ ਬਿਆਨ ਹੈ ਅਤੇ ਸਾਡੇ ਚੀਫ ਜਸਟਿਸ ਆਫ ਇੰਡੀਆ ਦਾ ਕੀ ਬਿਆਨ ਹੈ। ਇਸ ਗੱਲ ਨੂੰ ਅੱਗੇ ਤੋਰਾਂਗੇ, ਇਸ ਕੜੀ ਨੂੰ ਅੱਗੇ ਵੀ ਤੋਰਾਂਗੇ। ਅਸੀਂ ਭਾਰਤ ਦੇ ਲੋਕ ਆਪਣੇ ਦੇਸ਼ ਹਿੱਤ ਲਈ ਥੋੜ੍ਹੇ ਥੋੜ੍ਹੇ ਉਪਰਾਲੇ ਕਰਦੇ ਰਹਿੰਦੇ ਹਾਂ। ਸਰਕਾਰ ਦੀ ਸਮਝਦਾਰੀ ਹੈ ਇਸ ਨੂੰ ਕਿਸ ਤਰ੍ਹਾਂ ਲੈਂਦੀ ਹੈ, ਗੱਲਾਂ ਇੰਨੀਆਂ ਕੁ ਤੁਹਾਡੇ ਨਾਲ। ਅਤੇ ਸਤਿ ਸ਼੍ਰੀ ਅਕਾਲ ਕਰਦੇ ਹਾਂ ਤੁਹਾਨੂੰ। ਅਤੇ ਐਡਵੋਕੇਟ ਜਗਮੋਹਨ ਸਿੰਘ ਪੱਟੀ YouTube ਚੈਨਲ ਦੀ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ, ਸਬਸਕ੍ਰਾਈਬ ਕਰ ਦੇਣਾ, ਔਰ ਆਪਣੇ ਜਿਹੜੇ ਫੀਡਬੈਕ ਨੇ, ਵਡਮੁੱਲੇ ਵਿਚਾਰ ਨੇ ਸਾਨੂੰ ਦਿੰਦੇ ਹੋ ਤੁਸੀਂ, ਤੁਹਾਡੇ ਧੰਨਵਾਦੀ ਹਾਂ। ਥੈਂਕ ਯੂ ਡਾਕਟਰ ਸਾਹਿਬ। ਥੈਂਕ ਯੂ।